ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਦਰਿਆ ਦਿਲੀ ਮਹਾਂਪੁਰਖਾਂ ਦੇ ਅੰਦਰ ਇੱਕ ਐਸਾ ਗੁਣ ਹੁੰਦਾ ਜਿਹੜਾ ਉਸ ਮਹਾਂਪੁਰਖਾਂ ਦੀ ਸੱਚੀ ਨਿਸ਼ਾਨੀ ਨੂੰ ਪ੍ਰਗਟ ਕਰਦਾ ਹੈਗਾ। ਦਰਿਆ ਦਿਲੀ ਬਹੁਤ ਘੱਟ ਮਹਾਂਪੁਰਖਾਂ ਦੇ ਦੇਖਣ ਦੇ ਵਿੱਚ ਆਉਂਦੀ ਆ। ਅਸਲ ਦੇ ਵਿੱਚ ਸੱਚਾ ਮਹਾਤਮਾ ਉਹੀ ਆ ਜਿਹਦੇ ਅੰਦਰ ਦਰਿਆ ਦਿਲੀ ਹੋਵੇ। ਕਹਿਣ ਨੂੰ ਤਾਂ ਅਸੀਂ ਗੁਰਬਾਣੀ ਦੇ ਬਹੁਤ ਸਾਰੇ ਸ਼ਬਦ, ਸਲੋਕ ਜਾਂ ਵਾਕ ਪੜ੍ਹਦੇ ਹਾਂ, ਲੇਕਿਨ ਉਹਨਾਂ ਦਾ ਅਰਥ ਜਿਹੜਾ ਨਾ ਬਹੁਤ ਗਹਿਰਾ ਹੁੰਦਾ ਹੈ। ਅਸਲ ਦੇ ਵਿੱਚ ਅਰਥ ਨੂੰ ਉਹੀ ਹੀ ਜਾਣ ਸਕਦਾ ਹੈਗਾ ਜਿਹੜਾ ਉਸ ਅਰਥ ਦੇ ਵਿੱਚ ਗੁਜ਼ਰ ਰਿਹਾ ਹੁੰਦਾ ਹੈ ਜਾਂ ਉਸ ਹੁਕਮ ਦੇ ਵਿੱਚ ਚੱਲ ਰਿਹਾ ਹੁੰਦਾ ਹੈ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ। ਦੇਖੋ, ਅਗਰ ਕੋਈ ਇਨਸਾਨ ਕਿਸੇ ਦੇ ਨਾਲ ਚੰਗਾ ਵਰਤਾਅ ਕਰੇ ਤੇ ਦੂਸਰੇ ਇਨਸਾਨ ਦਾ ਫਰਜ਼ ਵੀ ਬਣਦਾ ਕਿ ਉਹਨੇ ਮੇਰੇ ਨਾਲ ਚੰਗਾ ਵਰਤਾਰਾ ਕੀਤਾ, ਇਸ ਕਰਕੇ ਮੈਂ ਵੀ ਉਹਦੇ ਨਾਲੋਂ ਵੱਧ ਚੰਗਾ ਉਹਨੂੰ ਨਾਲ ਵਰਤਾ ਕੇ ਦੇਖਾਂ। ਇਸ ਕਰਕੇ ਕੋਸ਼ਿਸ਼ ਹੁੰਦੀ ਆ ਕਿ ਚੰਗੇ ਵੱਟੇ ਹਨ, ਚੰਗੀ ਚੀਜ਼ ਹੀ ਇੱਕ ਦੂਸਰੇ ਨੂੰ ਪ੍ਰਾਪਤ ਹੋਵੇ। ਪਰ ਅਗਰ ਕੋਈ ਇਨਸਾਨ ਕਿਸੇ ਦੇ ਨਾਲ ਗਲਤ ਵਰਤਾਵ ਕਰੇ ਪਰ ਉਸ ਦੇ ਨਾਲ ਚੰਗਾ ਵਰਤਾਅ ਕਰਨਾ, ਇਹ ਕੰਮ ਕੇਵਲ ਮਹਾਂਪੁਰਖਾਂ ਦੇ ਹਿੱਸੇ ਆਉਂਦਾ ਹੈ। ਇਸੇ ਕਰਕੇ ਮਹਾਂਪੁਰਖ ਆਖਦੇ ਆ ਕਿ ਕਿਸੇ ਦੁਸ਼ਮਣ ਨੂੰ ਤਰਸ ਦੀ ਨਜ਼ਰ ਦੇ ਨਾਲ ਦੇਖ ਲੈਣਾ, ਕਿਰਪਾ ਦ੍ਰਿਸ਼ਟੀ ਦੀ ਨਜ਼ਰ ਦੇ ਨਾਲ ਤੱਕ ਲੈਣਾ, ਹਮਦਰਦੀ ਦੀ ਨਜ਼ਰ ਦੇ ਨਾਲ ਤੱਕ ਲੈਣਾ, ਇਹ ਕੰਮ ਸੂਰਮੇ ਦਾ ਹੁੰਦਾ ਹੈ। ਸੋ ਦੇਖੋ, ਆਪਾਂ ਦੇਖਦੇ ਹਾਂ ਕਿ ਈਸਾ ਮਸੀਹ ਮਹਾਂਪੁਰਖ ਜਦੋਂ ਉਹਨਾਂ ਨੂੰ ਸੂਲੀ ਉੱਤੇ ਚਾੜ੍ਹਿਆ ਗਿਆ ਸੀਗਾ ਤੇ ਉਹਨਾਂ ਨੇ ਉਸ ਟਾਈਮ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ ਸੀ ਕਿ ਇਹ ਜਿਹੜੇ ਬੰਦੇ ਮੈਨੂੰ ਸੂਲੀ 'ਤੇ ਚਾੜ ਰਹੇ ਆ, ਇਹਨਾਂ ਨੂੰ ਤੁਸੀਂ ਮਾफ़ ਕਰ ਦਿਓ। ਕਿਉਂਕਿ ਇਹ ਲੋਕੀ ਇਹ ਨਹੀਂ ਜਾਣਦੇ ਕਿ ਉਹ ਇਸ ਟਾਈਮ ਕੀ ਕਰ ਰਹੇ ਆ। ਇਸ ਤਰ੍ਹਾਂ ਦਾ ਆਪਾਂ ਮਹਾਤਮਾ ਗਾਂਧੀ ਦੇ ਜੀਵਨ ਦੇ ਵਿੱਚ ਵੀ ਇੱਕ ਘਟਨਾ ਨੂੰ ਆਪਣੇ ਹਿਸਾਬ ਦੇ ਨਾਲ ਤੱਕਦੇ ਹਾਂ। ਉਹਦੇ ਵਿੱਚ ਦੱਸਿਆ ਹੈਗਾ ਕਿ ਜਦੋਂ ਨੱਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ ਅਤੇ ਗੋਲੀ ਮਾਰਦੇ ਸਾਰੇ ਮਹਾਤਮਾ ਗਾਂਧੀ ਦੇ ਜਿਹੜੇ ਹੱਥ ਸੀ ਕਹਿੰਦੇ ਉੱਪਰ ਨੂੰ ਗਏ ਸੀ ਤਾਂ ਫਿਰ ਉਹ ਜ਼ਮੀਨ 'ਤੇ ਡਿੱਗੇ ਸੀਗੇ। ਇਹਦਾ ਮਤਲਬ ਇਹ ਜਿਹੜੇ ਆ ਉਹਦੇ ਜਿੰਨੇ ਵੀ ਸ਼ਾਗਿਰਦ ਆ ਉਹ ਇਹ ਹੀ ਸਮਝਦੇ ਆ ਕਿ ਉਸ ਟਾਈਮ ਮਹਾਤਮਾ ਗਾਂਧੀ ਨੇ ਜਦੋਂ ਉੱਪਰ ਨੂੰ ਹੱਥ ਕੀਤੇ ਸੀ, ਉਹ ਇਸ ਗੱਲ ਦਾ ਸੰਕੇਤ ਸੀਗਾ ਕਿ ਇਸ ਨੂੰ ਅਸੀਂ ਮੁਆਫ਼ ਕਰ ਦਿੱਤਾ ਹੈਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਮਹਾਂਪੁਰਖਾਂ ਦੇ ਸੁਭਾਅ ਦੇ ਵਿੱਚ ਮੁਆਫ਼ੀ ਦਾ ਗੁਣ ਸਹਿਜ ਸੁਭਾਅ ਹੀ ਹੁੰਦਾ ਹੈ। ਛੋਟੇ ਹੁੰਦੇ ਅਸੀਂ ਇੱਕ ਕਹਾਣੀ ਬੜੀ ਪੜ੍ਹਦੇ ਹੁੰਦੇ ਸੀਗੇ ਕਿ ਇੱਕ ਵਾਰ ਕੋਈ ਮਹਾਤਮਾ ਨੂੰ ਪਿਆਸ ਲੱਗੀ, ਉਹ ਨਦੀ 'ਤੇ ਪਾਣੀ ਪੀਣ ਆਏ। ਉਹਨੇ ਕੀ ਦੇਖਿਆ ਕਿ ਇੱਕ ਬਿੱਛੂ ਉਸ ਨਦੀ ਦੇ ਵਿੱਚ ਡਿੱਗ ਪਿਆ ਅਤੇ ਮਹਾਤਮਾ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਹੱਥ ਨਾਲ ਫੜ ਕੇ ਬਿੱਛੂ ਨੂੰ ਕੱਢਣ ਅਤੇ ਬਿੱਛੂ ਉਹਨਾਂ ਨੂੰ ਡੰਗ ਮਾਰੇ। ਜਦੋਂ ਡੰਗ ਮਾਰੇ ਫਿਰ ਉਹ ਮਹਾਤਮਾ ਦੇ ਹੱਥੋਂ ਛੁੱਟ ਜਾਵੇ, ਫਿਰ ਪਾਣੀ 'ਚ ਡਿੱਗਣ, ਫਿਰ ਮਹਾਤਮਾ ਯਤਨ ਕਰੇ ਉਹਨੂੰ ਬਚਾਉਣ ਦਾ, ਫਿਰ ਉਹ ਡੰਗ ਮਾਰੇ। ਇਸ ਤਰ੍ਹਾਂ ਕਰਦੇ ਕਰਦੇ ਕਹਿੰਦੇ ਇੱਕ ਪ੍ਰਾਣੀ ਉੱਥੇ ਹੋਰ ਨਦੀ 'ਤੇ ਆਇਆ ਅਤੇ ਉਹਨੇ ਮਹਾਤਮਾ ਨੂੰ ਜਦ ਇਹ ਕਿਰਿਆ ਕਰਦਿਆਂ ਦੇਖਿਆ ਤਾਂ ਕਹਿਣ ਲੱਗਾ ਕਿ ਜਦ ਬਿੱਛੂ ਆਪ ਨੂੰ ਡੰਗ ਮਾਰਦਾ ਹੈ, ਤੁਸੀਂ ਉਸ ਨੂੰ ਕਿਉਂ ਬਾਰ-ਬਾਰ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਫਿਰ ਕਹਿੰਦੇ ਉਹ ਮਹਾਤਮਾ ਕਹਿਣ ਲੱਗੇ, ਕਹਿੰਦੇ ਭਾਈ ਸੁਭਾਅ ਦੀ ਗੱਲ ਹੈ। ਹੁਣ ਬਿੱਛੂ ਦੇ ਸੁਭਾਅ ਦੇ ਵਿੱਚ ਹੈ ਕਿ ਉਹਨੇ ਡੰਗ ਮਾਰਨਾ, ਲੇਕਿਨ ਸਾਡੇ ਸੁਭਾਅ ਦੇ ਵਿੱਚ ਵਾ ਕਿ ਬੁਰੇ ਦਾ ਭਲਾ ਕਰਨਾ ਹੈ। ਲੇਕਿਨ ਇਹ ਜਿਹੜੀ ਖੇਡ ਹੈਗੀ ਕੇਵਲ ਅਤੇ ਕੇਵਲ ਸੱਚੇ ਜੋਗੀ, ਸੱਚੇ ਮਹਾਤਮਾ ਹੀ ਖੇਡ ਸਕਦੇ ਆ। ਇਨਸਾਨ ਦੇ ਵੱਸੋਂ ਇਹ ਬਾਹਰੀਆਂ ਗੱਲਾਂ ਹੁੰਦੀਆਂ। ਇਸ ਕਰਕੇ ਕਹਿੰਦੇ ਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਕੁਛ ਚਾਂਦੀ ਬੰਦੇ ਹੁੰਦੇ ਆ ਜਿਹੜੇ ਇਹੋ ਜਿਹੀਆਂ ਘਟਨਾਵਾਂ ਨੂੰ ਜਿਹੜੇ ਬਹੁਤ ਸਹਿਜ ਦੇ ਵਿੱਚ ਜਰ ਲੈਂਦੇ ਆ। ਸੋ ਇਸ ਤਰ੍ਹਾਂ ਦੀ ਇੱਕ ਘਟਨਾ ਦਾ ਆਪ ਸਾਰੀਆਂ ਦੇ ਨਾਲ ਸਾਂਝਾ ਕਰਦਾ ਹੈ। ਇਹ ਘਟਨਾ ਪਰਮਹੰਸ ਯੋਗਾਨੰਦ ਜੀ ਨੇ ਦੱਸੀ ਆ, ਕਿਉਂਕਿ ਪਰਮਹੰਸ ਯੋਗਾਨੰਦ ਜੀ ਇੱਕ ਐਸੇ ਯੋਗੀ ਹੋਏ ਆ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਭਾਰਤ ਸਰਕਾਰ ਨੇ ਡਾਕ ਟਿਕਟ ਦੇ ਕੇ ਨਵਾਜਿਆ ਸੀਗਾ। ਸੋ ਉਹਨਾਂ ਦੇ ਨਾਂ ਦੇ ਉੱਤੇ ਭਾਰਤ ਸਰਕਾਰ ਵੱਲੋਂ ਡਾਕ ਟਿਕਟ ਵੀ ਜਾਰੀ ਆ, ਕਿਉਂਕਿ ਉਹਨਾਂ ਨੇ ਜਿੱਥੇ ਹਿੰਦੁਸਤਾਨ ਦੇ ਵਿੱਚ ਅਤੇ ਹਿੰਦੁਸਤਾਨ ਤੋਂ ਬਾਹਰ ਪੱਛਮ ਦੇਸ਼ਾਂ ਦੇ ਵਿੱਚ ਜੋ ਕਿਰਿਆ ਦਾ ਪ੍ਰਚਾਰ ਕੀਤਾ, ਚੰਗੀਆਂ ਸੇਵਾਵਾਂ ਦਿੱਤੀਆਂ ਸੀ। ਚੰਗੀਆਂ ਸੇਵਾਵਾਂ ਦੇ ਬਦਲੇ ਫਿਰ ਭਾਰਤ ਸਰਕਾਰ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਡਾਕ ਟਿਕਟ ਜਾਰੀ ਕੀਤੀ ਸੀ। ਉਹਨਾਂ ਨੇ ਇੱਕ ਬਹੁਤ ਹੀ ਦਿਲਚਸਪ ਘਟਨਾ ਜਿਹੜੀ ਉਹ ਸਾਂਝੀ ਕੀਤੀ ਸੀ। ਉਹ ਦੱਸਦੇ ਸੀਗੇ ਕਿ ਇੱਕ ਵਾਰ ਜਦੋਂ ਉਹਨਾਂ ਨੂੰ ਹਿਮਾਲਿਆ ਜਾਣ ਦਾ ਬੜਾ ਸ਼ੌਂਕ ਹੁੰਦਾ ਸੀਗਾ ਕਿ ਹਿਮਾਲਿਆ ਪਹਾੜਾਂ ਦੀਆਂ ਗੁਫਾਵਾਂ ਵਿੱਚ ਜਾ ਕੇ
ਉਹ ਆਪਣੀ ਯੋਗ ਸਾਧਨਾ ਕਰ ਸਕਣ। ਤੇ ਇਸ ਕਰਕੇ ਉਹਨਾਂ ਦੇ ਪਿਤਾ ਜਿਹੜੇ ਉਹ ਨਹੀਂ ਸੀ ਚਾਹੁੰਦੇ ਕਿ ਯੋਗਾਨੰਦ ਹਿਮਾਲਿਆ ਪਹਾੜਾਂ ਦੀਆਂ ਗੁਫਾਵਾਂ ਕੰਧਰਾਂ ਵਿੱਚ ਰਹਿ ਕੇ ਦੁੱਖ ਝੱਲੇ ਅਤੇ ਇਹ ਸਾਧਨਾ ਕਰੇ। ਇਸ ਕਰਕੇ ਪਿਤਾ ਜੀ ਦੇ ਮਨ ਦਾ ਇਹ ਖਿਆਲ ਸੀਗਾ ਕਿ ਇੱਥੇ ਘਰ ਦੇ ਵਿੱਚ ਹੀ ਬੈਠ ਕੇ ਉਹ ਸਾਧਨਾ ਕਰੇ ਅਗਰ ਉਸਨੇ ਸੰਨਿਆਸੀ ਬਣਨਾ ਹੈਗਾ। ਪਰ ਫਿਰ ਵੀ ਇੱਕ ਵਾਰ ਕਹਿੰਦੇ ਸਾਨੂੰ ਮੌਕਾ ਮਿਲਿਆ, ਮੈਂ ਆਪਣੇ ਮਿੱਤਰ ਦੇ ਨਾਲ ਜਦ ਹਿਮਾਲਿਆ ਪਹਾੜ ਭੱਜਿਆ ਸੀਗਾ, ਲੇਕਿਨ ਰਸਤੇ ਦੇ ਵਿੱਚ ਸਾਡੇ ਪਿਤਾ ਜੀ ਦੇ ਯਤਨਾਂ ਦੇ ਸਦਕਾ ਕਹਿੰਦੇ ਮੈਂ ਫੜਿਆ ਗਿਆ ਸੀ। ਜਿਸ ਪੁਲਿਸ ਕਰਮਚਾਰੀ ਨੇ ਕਹਿੰਦੇ ਮੈਨੂੰ ਫੜਿਆ ਸੀ ਨਾ, ਉਹਨੇ ਬੜੀ ਹੀ ਇੱਕ ਅਜੀਬ ਗਰੀਬ ਕਹਾਣੀ ਸੁਣਾਈ। ਉਹਨੇ ਦੱਸਿਆ ਸੀਗਾ ਕਿ 5 ਦਿਨ ਪਹਿਲਾਂ ਦੀ ਘਟਨਾ ਹੈਗੀ ਆ ਕਿ ਅਸੀਂ ਇੱਕ ਮੁਲਜ਼ਮ ਦੀ ਤਲਾਸ਼ 'ਚ ਸੀਗੇ ਅਤੇ ਸਰਕਾਰ ਦੇ ਵੱਲੋਂ ਇਹ ਦੱਸਿਆ ਗਿਆ ਸੀਗਾ ਕਿ ਉਸ ਮੁਲਜ਼ਮ ਨੂੰ ਜਿੰਦਾ ਜਾਂ ਮੁਰਦਾ ਕਿਸੇ ਵੀ ਤਰੀਕੇ ਦੇ ਨਾਲ ਹੈ ਨਾ ਤੁਸੀਂ ਜਿਹੜਾ ਹੈ ਇੱਥੇ ਲੈ ਕੇ ਆਉਣਾ, ਕਿਉਂਕਿ ਉਹਦੇ ਸਿਰ ਦੇ ਉੱਤੇ ਸਰਕਾਰੀ ਨਾਮ ਰੱਖਿਆ ਸੀ ਜਿਹੜਾ ਉਹਨੂੰ ਜਿੰਦਾ ਜਾਂ ਮੁਰਦਾ ਉਹ ਪਕੜ ਸਕੇ। ਅਤੇ ਫਿਰ ਉਹ ਪੁਲਿਸ ਮੁਲਾਜ਼ਮ ਨੇ ਦੱਸਿਆ ਸੀਗਾ ਕਿ ਸਾਨੂੰ ਪਤਾ ਲੱਗਾ ਕਿ ਉਹ ਜਿਹੜਾ ਸ਼ਖਸ ਹੈਗਾ, ਮੁਲਜ਼ਮ ਹੈਗਾ, ਉਹ ਕਿਸੇ ਸਾਧੂ ਦੇ ਭੇਸ ਦੇ ਵਿੱਚ ਇਸ ਇਲਾਕੇ 'ਚ ਰਹਿੰਦਾ ਹੈਗਾ। ਕਹਿੰਦੇ ਇੱਕ ਵਾਰੀ ਮੈਂ ਅਤੇ ਮੇਰਾ ਸਾਥੀ ਪੁਲਿਸ ਮੁਲਾਜ਼ਮ ਦੇ ਦੱਸਣ ਅਨੁਸਾਰ ਕਹਿੰਦੇ ਅਸੀਂ ਜਾ ਰਹੇ ਸੀ, ਸਾਨੂੰ ਇੱਕ ਸਾਧੂ ਦਿਖਾਈ ਦਿੱਤਾ। ਜਦ ਕਹਿੰਦੇ ਸਾਧੂ ਦਿਖਾਈ ਦਿੱਤਾ ਅਤੇ ਸਾਡੀ ਸ਼ੱਕ ਦੀ ਨਜ਼ਰ ਪਈ ਵੀ ਹੋਵੇ ਨਾ ਹੋਵੇ ਕਿਤੇ ਉਹ ਮੁਲਜ਼ਮ ਹੋਵੇ। ਕਹਿੰਦੇ ਅਸੀਂ ਹੈ ਨਾ ਉਸ ਸਾਧੂ ਨੂੰ ਆਵਾਜ਼ਾਂ ਮਾਰੀਆਂ, ਪਰ ਉਹ ਆਪਣੀ ਧੁਨ ਦੇ ਵਿੱਚ ਅੱਗੇ ਤੋਂ ਅੱਗੇ ਚੱਲੀ ਗਿਆ। ਉਹਨੇ ਕੋਈ ਜਵਾਬ ਨਹੀਂ ਦਿੱਤਾ, ਨਾ ਪਿੱਛੇ ਮੁੜ ਕੇ ਦੇਖਿਆ, ਜਿਸ ਕਰਕੇ ਪੁਲਿਸ ਮੁਲਾਜ਼ਮ ਕਹਿਣ ਲੱਗੇ ਵੀ ਸਾਡਾ ਸ਼ੱਕ ਹੋਰ ਵੀ ਵਧਿਆ ਅਤੇ ਅਸੀਂ ਹੈ ਨਾ ਸਾਧੂ ਦੇ ਪਿੱਛੇ ਭੱਜੇ। ਜਦ ਪਿੱਛੇ ਭੱਜੇ, ਆਵਾਜ਼ ਮਾਰਨ 'ਤੇ ਵੀ ਜਦ ਨਾ ਰੁਕਿਆ ਅਤੇ ਕਹਿੰਦੇ ਫਿਰ ਮੈਂ ਕੀ ਕੀਤਾ, ਮੇਰੇ ਪਾਸ ਇੱਕ ਲੋਹੇ ਦੀ ਕੁਹਾੜੀ ਸੀਗੀ। ਮੈਂ ਕੁਹਾੜੀ ਜਿਹੜੀ ਪਿੱਛੋਂ ਦੇਣੀ ਸਾਧੂ ਦੇ ਹੈ ਨਾ ਬਾਂਹ ਦੇ ਉੱਤੇ ਬੜੇ ਜ਼ੋਰ ਨਾਲ ਮਾਰੀ। ਜਦ ਜ਼ੋਰ ਨਾਲ ਮਾਰੀ ਆ ਅਤੇ ਸਾਧੂ ਦੀ ਬਾਂਹ ਅੱਧੇ ਨਾਲੋਂ ਜ਼ਿਆਦਾ ਟੁੱਟ ਕੇ ਥੱਲੇ ਉਹ ਲਮਕ ਗਈ। ਜਦ ਲਮਕ ਗਈ ਤਾਂ ਸਾਰੀ ਬਾਂਹ ਦੇ ਵਿੱਚੋਂ ਖੂਨ ਜਿਹੜਾ ਸੀਗਾ ਪਰਨਾਲੇ ਵਾਂਗੂ ਆਲੇ ਦੁਆਲੇ ਵਹਿ ਤੁਰਿਆ। ਕਹਿੰਦੇ ਯਕਦਮ ਹੀ ਮੈਂ ਉਹਦੇ ਸਾਹਮਣੇ ਬਾਹਾਂ ਖਿਲਾਰ ਕੇ ਖੜ੍ਹ ਗਿਆ ਸਾਧੂ ਦੇ। ਜਦ ਬਾਹਾਂ ਖਿਲਾਰ ਕੇ ਖੜ੍ਹਿਆ ਅਤੇ ਜਿਉਂ ਹੀ ਕਹਿੰਦੇ ਸਾਧੂ ਨੇ ਮੇਰੇ ਵੱਲ ਦੇਖਿਆ, ਦੇਖਦੇ ਸਾਰੀ ਕਹਿਣ ਲੱਗਾ ਕਿ ਜਿਸ ਸ਼ਖਸ ਦੀ ਤੁਹਾਨੂੰ ਤਲਾਸ਼ ਹੈਗੀ ਆ ਉਹ ਸ਼ਖਸ ਮੈਂ ਨਹੀਂ ਹਾਂ। ਕਹਿੰਦੇ ਜਦ ਉਹ ਸਾਧੂ ਨੇ ਇੰਨੀ ਗੱਲ ਕਹੀ ਤਾਂ ਫਿਰ ਉਹ ਜਿਹੜਾ ਡਿਊਟੀ 'ਤੇ ਤੈਨਾਤ ਪੁਲਿਸ ਵਾਲਾ ਸੀਗਾ, ਕਹਿੰਦੇ ਵੀ ਮੈਂ ਹੱਕਾ ਬੱਕਾ ਰਹਿ ਗਿਆ। ਮੈਂ ਕੀ ਦੇਖਿਆ ਕਿ ਸਾਧੂ ਦੀ ਜਿਹੜੀ ਬਾਂਹ ਸੀ ਅੱਧੇ ਨਾਲੋਂ ਜ਼ਿਆਦਾ ਕੱਟੀ ਪਈ ਸੀ ਅਤੇ ਲਮਕ ਰਹੀ ਸੀ, ਜਿਵੇਂ ਕਹ ਲਓ ਕਿ ਪੂਰੀ ਤਰ੍ਹਾਂ ਕੱਟੀ ਗਈ ਸੀ ਅਤੇ ਲਹੂ ਸਾਧੂ ਦੀ ਬਾਂਹ ਦੇ ਵਿੱਚੋਂ ਜ਼ੋਰ ਨਾਲ ਥੱਲੇ ਵਹਿ ਰਿਹਾ ਸੀ। ਪਰ ਫਿਰ ਮੇਰੇ ਮਨ ਦੇ ਵਿੱਚ ਅਹਿਸਾਸ ਹੋਇਆ ਕਿ ਮੈਂ ਇੱਕ ਅਣਜਾਣ ਆਦਮੀ ਦੇ ਉੱਤੇ ਅਚਾਨਕ ਵਾਰ ਕਰ ਦਿੱਤਾ ਹੈਗਾ। ਕਹਿੰਦੇ ਜਦ ਇੰਨੀ ਗੱਲ ਹੋਈ ਤਾਂ ਫਿਰ ਪੁਲਿਸ ਮੁਲਾਜ਼ਮ ਕਹਿਣ ਲੱਗਾ ਸੀਗਾ ਕਿ ਮੈਂ ਸਾਧੂ ਦੇ ਮੂਹਰੇ ਹੱਥ ਜੋੜ ਕੇ ਉਹ ਤੋਂ ਮੁਆਫੀ ਮੰਗਣ ਲਈ ਗੜਗੜਾਇਆ, ਪਰ ਕਹਿੰਦੇ ਉਸ ਸਾਧੂ ਨੇ ਬਹੁਤ ਜ਼ਿਆਦਾ ਹਲੀਮੀ ਅਤੇ ਸਦਭਾਵਨਾ ਦੇ ਨਾਲ ਮੈਨੂੰ ਗੱਲ ਆਖੀ। ਕਹਿਣ ਲੱਗੇ ਕਹਿੰਦੇ ਨਹੀਂ ਭਾਈ, ਤੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ। ਕਹਿੰਦੇ ਇੰਨੀ ਗੱਲ ਕਹਿਣ ਦੀ ਢੇਰ ਸੀ ਤਾਂ ਫਿਰ ਉਹ ਪੁਲਿਸ ਵਾਲਾ ਕਹਿਣ ਲੱਗਾ ਕਿ ਮੇਰੇ ਮਨ ਨੂੰ ਥੋੜ੍ਹੀ ਜਿਹੀ ਧਰਵਾਸ ਹੋਈ। ਉਸੇ ਟਾਈਮ ਹੀ ਮੈਂ ਆਪਣੀ ਪੱਗ ਦੇ ਵਿੱਚੋਂ ਹੁਣ ਕੁਛ ਕੱਪੜਾ ਕੱਟ ਕੇ ਜਦ ਸਾਧੂ ਦੀ ਬਾਂਹ ਦੇ ਉੱਤੇ ਬੰਨ੍ਹਣਾ ਚਾਹਿਆ, ਜਿਸ ਤੋਂ ਖੂਨ ਵਗ ਰਿਹਾ ਸੀ, ਅਤੇ ਕਹਿੰਦੇ ਸਾਧੂ ਬੋਲਿਆ ਸੀ ਨਹੀਂ ਇਹਦੀ ਕੋਈ ਜ਼ਰੂਰਤ ਨਹੀਂ ਆ। ਇੰਨਾ ਕਹਿ ਕੇ ਉਹਨੇ ਜਿਹੜੀ ਬਾਂਹ ਸੀਗੀ ਲਮਕਦੀ ਉਹ ਟੁੱਟੀ ਜਗ੍ਹਾ ਦੇ ਉੱਤੇ ਜਿਹੜੀ ਸੀਗੀ ਇਸੇ ਕਰਕੇ ਤਾਂ ਉਹਨੂੰ ਕਰਕੇ ਇੱਦਾਂ ਕਰਕੇ ਜੋੜ ਦਿੱਤੀ। ਜਦ ਕਹਿੰਦੇ ਜੋੜੀ ਅਤੇ ਉਹ ਜਿਹੜਾ ਖੂਨ ਸੀਗਾ ਨਿਕਲਦਾ ਉਹ ਵੀ ਨਾਲ ਹੀ ਬੰਦ ਹੋ ਗਿਆ। ਇਹ ਕ੍ਰਿਸ਼ਮਾ ਦੇਖ ਕੇ ਪੁਲਿਸ ਮੁਲਾਜ਼ਮ ਕਹਿਣ ਲੱਗਾ ਕਿ ਮੈਂ ਹੈਰਾਨ ਹੋ ਗਿਆ। ਤਾਂ ਫਿਰ ਮੈਂ ਮੁੜ ਕੇ ਫਿਰ ਸਾਧੂ ਤੋਂ ਮੁਆਫੀ ਮੰਗੀ, ਪਰ ਉਹ ਸਾਧੂ ਕਹਿਣ ਲੱਗਾ ਤੂੰ ਕਿਸੇ ਕਿਸਮ ਦੀ ਕੋਈ ਚਿੰਤਾ ਫਿਕਰ ਨਾ ਕਰ। ਇੱਕ ਸਾਹਮਣੇ ਦਰੱਖਤ ਹੈਗਾ, ਇਸ ਦਰੱਖਤ ਦੇ 3 ਦਿਨ ਬਾਅਦ ਮੈਂ ਖੜਾ ਤੇਰੀ ਇੰਤਜ਼ਾਰ ਕਰੂੰਗਾ, ਫਿਰ ਤੂੰ ਮੇਰੀ ਬਾਂਹ ਨੂੰ ਦੇਖੀ ਕਿ ਮੇਰੀ ਬਾਂਹ ਕਿਹੋ ਜਿਹੀ ਆ। ਇਹ ਕਹਿ ਕੇ ਉਹ ਸਾਧੂ ਚਲਾ ਗਿਆ। ਪੁਲਿਸ ਮੁਲਾਜ਼ਮ ਕਹਿਣ ਲੱਗਾ ਕਿ ਮੈਂ ਪੂਰੇ 3 ਦਿਨ ਬਾਅਦ ਜਦ ਉਸ ਦਰੱਖਤ ਦੇ ਕੋਲ ਗਿਆ ਕਿ ਮੈਂ ਕੀ ਦੇਖਿਆ, ਉਹ ਸਾਧੂ ਉੱਥੇ ਹੀ ਖੜਾ ਮੇਰਾ ਇੰਤਜ਼ਾਰ ਕਰ ਰਿਹਾ ਸੀਗਾ। ਕਹਿੰਦੇ ਜਦੋਂ ਮੈਂ ਉਹਨੂੰ ਜਾ ਕੇ ਨਮਸਕਾਰ ਕੀਤੀ, ਪੈਰਾਂ ਨੂੰ ਹੱਥ ਲਾਇਆ ਅਤੇ ਉਹ ਸਾਧੂ ਨੇ ਮੈਨੂੰ ਬਾਂਹ ਦਿਖਾਈ। ਜਦ ਮੈਂ ਬਾਂਹ ਦੇਖੀ ਤਾਂ ਮੈਂ ਹੱਕਾ ਬੱਕਾ ਹੋ ਗਿਆ। ਬਾਂਹ ਦੇ ਉੱਤੇ ਕਿਸੇ ਕਿਸਮ ਦਾ ਵੀ ਕੋਈ ਨਿਸ਼ਾਨ ਨਹੀਂ ਸੀ ਅਤੇ ਸਾਰੀ ਬਾਂਹ ਇਸ ਤਰ੍ਹਾਂ ਸੀਗੀ ਜਿਵੇਂ ਆਮ ਇਨਸਾਨਾਂ ਦੀਆਂ ਬਾਹਾਂ ਹੁੰਦੀਆਂ, ਬਿਲਕੁਲ ਨੋਰਮਲ ਬਾਂਹ ਸੀਗੀ। ਕਹਿੰਦੇ ਇਹ ਅਚਰਜ ਕ੍ਰਿਸ਼ਮਾ ਮੈਂ ਉਸ ਬਾਂਹ ਦਾ ਦੇਖ ਕੇ ਬੜਾ ਹੱਕਾ ਬੱਕਾ ਹੋ ਗਿਆ। ਅਤੇ ਫਿਰ ਸਾਧੂ ਮੈਨੂੰ ਕਹਿਣ ਲੱਗਾ ਜਾ ਬੇਟਾ ਹੁਣ ਤੂੰ ਜਾ ਸਕਦਾ ਹੈਗਾ, ਕਿਉਂਕਿ ਮੇਰਾ ਹੁਣ ਹਿਮਾਲਿਆ ਦੇ ਵਿੱਚ ਆਪਣੇ ਅਸਥਾਨ 'ਤੇ ਜਾਣ ਦਾ ਟਾਈਮ ਹੋ ਗਿਆ। ਇਹ ਕਹਿ ਕੇ ਜਿਹੜਾ ਸਾਧੂ ਸੀਗਾ ਉੱਥੇ ਚਲਿਆ ਗਿਆ।
ਇਹ ਜਿਹੜੀ ਕਿੱਸਾ ਸੀਗਾ ਉਸ ਸਿਪਾਹੀ ਨੇ ਪਰਮਹੰਸ ਯੋਗਾਨੰਦ ਜੀ ਨੂੰ ਦੱਸਿਆ ਸੀਗਾ। ਉਸ ਤੋਂ ਬਾਅਦ ਫਿਰ ਉਸੇ ਸਿਪਾਹੀ ਨੇ ਇੱਕ ਅਖਬਾਰ ਦੀ ਪਰਚੀ ਜਿਹੜੀ ਉਹਨੇ ਕੱਟ ਕੇ ਰੱਖੀ ਸੀ ਉਹ ਵੀ ਪਰਮਹੰਸ ਯੋਗਾਨੰਦ ਜੀ ਦੇ ਅੱਗੇ ਰੱਖੀ ਸੀ ਅਤੇ ਦੱਸਿਆ ਸੀਗਾ ਕਿ ਕਿਵੇਂ ਇੱਕ ਅਖਬਾਰ ਨੇ ਇਸ ਘਟਨਾ ਨੂੰ ਬੜਾ ਵਧਾ ਚੜ੍ਹਾ ਕੇ ਪੇਸ਼ ਕੀਤਾ। ਅਤੇ ਉਹਦੇ ਵਿੱਚ ਜਿਹੜਾ ਅਖਬਾਰ ਦਾ ਐਡੀਟਰ ਵਾ ਉਹਨੇ ਇਹ ਗੱਲ ਲਿਖ ਦਿੱਤੀ ਸੀ ਕਿ ਇਸ ਸਿਪਾਹੀ ਨੇ ਤਾਂ ਉਸ ਸਾਧੂ ਦੀ ਗਰਦਨ ਹੀ ਕੱਟ ਦਿੱਤੀ ਸੀਗੀ, ਜਦ ਕਿ ਇਹ ਕਹਿੰਦੇ ਵੀ ਮੈਂ ਗਰਦਨ ਨਹੀਂ, ਮੇਰੇ ਕੋਲ ਜਿਹੜੀ ਕੁਹਾੜੀ ਦੇ ਨਾਲ ਉਹਦੀ ਬਾਂਹ ਅੱਧੇ ਨਾਲੋਂ ਜ਼ਿਆਦਾ ਕੱਟ ਹੋ ਗਈ ਸੀ। ਅਤੇ ਲੇਕਿਨ ਅਖਬਾਰ ਵਾਲਿਆਂ ਨੂੰ ਹੁੰਦਾ ਹੈ ਕਿ ਕਿਸੇ ਵੀ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨਾ, ਪਰ ਇਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਸੀਗੀ ਉਹ ਨਹੀਂ ਸੀ। ਕੇਵਲ ਅਤੇ ਕੇਵਲ ਬਾਂਹ ਕੱਟੀ ਸੀ ਅਤੇ ਪਰ ਬੜੇ ਅਚਰਜਮਈ ਤਰੀਕੇ ਦੇ ਨਾਲ ਉਹ ਬਾਂਹ ਦੁਬਾਰਾ ਜਿਹੜੀ ਸੀਗੀ ਉਹ ਸਾਧੂ ਦੇ ਜਿੱਥੋਂ ਜਗ੍ਹਾ ਕੱਟੀ ਸੀ ਉੱਥੇ ਦੁਬਾਰਾ ਫਿਰ ਜੁੜ ਗਈ ਸੀਗੀ। ਇਹ ਇੱਕ ਬੜਾ ਕਰਿਸ਼ਮਾ ਸੀਗਾ। ਸੋ ਪਰਮਹੰਸ ਯੋਗਾਨੰਦ ਜੀ ਕਹਿੰਦੇ ਜਦੋਂ ਇਹ ਗੱਲ ਸਾਰੀ ਉਸ ਪੁਲਿਸ ਵਾਲੇ ਨੇ ਮੈਨੂੰ ਦੱਸੀ ਸੀਗੀ, ਫਿਰ ਮੇਰੇ ਮਨ ਦੇ ਵਿੱਚ ਹੋਇਆ ਕਿ ਅਸੀਂ ਦੇਖੋ ਕਿਸੇ ਸੱਚੇ ਸਾਧੂ ਮਹਾਤਮਾ ਦੇ ਦਰਸ਼ਨ ਨੂੰ ਤਰਸਦੇ ਰਹਿੰਦੇ ਹਾਂ, ਪਰ ਕਈਆਂ ਦੇ ਭਾਗ ਕੁਛ ਐਸੇ ਹੁੰਦੇ ਆ ਕਿ ਉਹਨਾਂ ਨੂੰ ਇਹੋ ਜਿਹੇ ਸੱਚੇ ਸੁੱਚੇ ਸਾਧੂਆਂ ਦੇ ਦਰਸ਼ਨ ਕਿਤੇ ਅਚਾਨਕ ਹੀ ਹੋ ਜਾਂਦੇ ਆ। ਇਹ ਵੀ ਕੋਈ ਪੂਰਬਲੇ ਜਨਮਾਂ ਦਾ ਸੰਯੋਗ ਹੁੰਦਾ ਜਿਹਦੇ ਕਰਕੇ ਇਹੋ ਜਿਹੇ ਸਾਧੂ ਉਹਨਾਂ ਨੂੰ ਮਿਲਦੇ ਆ, ਕਿਉਂਕਿ ਇਹੋ ਜਿਹੇ ਸਾਧੂ ਬਹੁਤ ਘੱਟ ਆਮ ਦੁਨੀਆ ਦੇ ਵਿੱਚ ਵਿਚਰਦੇ ਆ, ਖਾਸ ਕਰਕੇ ਇਕਾਂਤ ਸਥਾਨਾਂ 'ਤੇ ਰਹਿੰਦੇ ਆ। ਅਤੇ ਉਸ ਕੇਵਲ ਅਤੇ ਕੇਵਲ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਦ ਉਹਨਾਂ ਨੂੰ ਇਹ ਪ੍ਰਤੀਤੀ ਆਉਂਦੀ ਆ, ਫਿਰ ਹੀ ਉਹ ਸੰਸਾਰ ਦੇ ਵਿੱਚ ਕਿਸੇ ਨਾ ਕਿਸੇ ਘਟਨਾ ਚੱਕਰ ਨੂੰ ਇਲਜ਼ਾਮ ਦਿੰਦੇ ਆ। ਵੈਸੇ ਉਹ ਨਾਮ ਦੇ ਵਿੱਚ ਮਸਤ ਰਹਿੰਦੇ ਆ, ਲੇਕਿਨ ਇਹੋ ਜਿਹੇ ਸਾਧੂਆਂ ਦੇ ਅੰਦਰ ਐਸੀ ਦਰਿਆ ਦਿਲੀ ਹੁੰਦੀ ਆ ਕਿ ਉਹਨਾਂ ਦੇ ਅੰਦਰ ਖਿਮਾ ਦਾ ਗੁਣ ਬਹੁਤ ਵੱਡਾ ਹੁੰਦਾ। ਇਸ ਕਰਕੇ ਗੁਰਬਾਣੀ ਨੇ ਆਖਿਆ ਜਹਾਂ ਖਿਮਾ ਤੈ ਆਪ, ਜਿੱਥੇ ਖਿਮਾ ਹੈ ਪਰਮੇਸ਼ਰ ਉੱਥੇ ਆਪ ਹੁੰਦਾ ਹੈ। ਇਸ ਕਰਕੇ ਸੱਚੇ ਮਹਾਤਮਾ ਦੀਆਂ ਨਿਸ਼ਾਨੀਆਂ ਇਹੋ ਹੀ ਆ ਕਿ ਉਹ ਕਿੱਡੇ ਤੋਂ ਕਿੱਡਾ ਕੋਈ ਵੀ ਬੁਰਾ ਕਰਮ ਕਰਨ ਵਾਲਾ ਆਦਮੀ ਹੋਵੇ, ਉਸ ਆਦਮੀ ਨੂੰ ਉਸੇ ਛਣ ਦੇ ਵਿੱਚ ਮਾਫ ਕਰ ਦਿੰਦੇ ਆ। ਇਹ ਸਾਧੂਆਂ ਦੀ ਦਰਿਆ ਦਿਲੀ ਹੁੰਦੀ ਆ। ਸੋ ਦਾਸ ਇਹ ਜਿਹੇ ਮਹਾਤਮਾ ਦੀ ਦਰਿਆ ਦਿਲੀ ਨੂੰ ਪ੍ਰਣਾਮ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।